यस डियर ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ ਡੀਜਨਰੇਸੀ ਇਨ ਦਾ ਟਰਾਂਸਪੋਰਟੇਸ਼ਨ ਪ੍ਰੋਬਲਮ। ਇਟ may be noted that total number of stone squares must be equal to the m plus n minus 1, that is rim requirement. If this condition is not satisfied, the solution is degenerate. ਇਹ ਟੌਪਿਕ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਜਦੋਂ ਵੀ ਆਪਾਂ ਸਟੈਪਿੰਗ ਸਟੋਨ ਜਾਂ ਮੋਦੀ ਮੈਥਡ ਇੰਪਲੀਮੈਂਟ ਕਰਨਾ ਹੈ, ਮੀਨਸ ਜਦੋਂ ਆਪਾਂ ਟੈਸਟ ਆਫ ਆਪਟੀਮਿਲਿਟੀ ਟੈਸਟ ਕਰਨਾ ਹੈ, ਉਸ ਟਾਈਮ ਤੇ ਸਭ ਤੋਂ ਪਹਿਲਾਂ ਆਪਾਂ ਰਿਮ ਰਿਕੁਆਇਰਮੈਂਟ ਚੈੱਕ ਕਰਦੇ ਹਾਂ। ਰਿਮ ਰਿਕੁਆਇਰਮੈਂਟ ਕੀ ਹੈ? m ਮੀਨਸ m plus n ਮੀਨਸ ਰੋਜ਼ ਪਲੱਸ ਕਾਲਮਸ, ਮੀਨਸ ਤੁਹਾਡੀਆਂ ਟੋਟਲ ਰੋਜ਼ ਕਿੰਨੀਆਂ ਨੇ ਕੁਐਸਚਨ ਦੇ ਵਿੱਚ, ਪਲੱਸ ਟੋਟਲ ਕਾਲਮਸ ਕਿੰਨੇ ਨੇ, -1 ਮੀਨਸ ਜਿੰਨੀ ਵੈਲਿਊ ਆਏਗੀ ਉਨੇ ਤੁਹਾਡੇ ਕੋਲ ਉਸ ਕੁਐਸਚਨ ਦੇ ਵਿੱਚ ਸਟੋਨ ਸਕੁਅਰਸ ਹੋਣੇ ਚਾਹੀਦੇ ਨੇ। ਜੇ ਇਹ ਸਟੋਨ ਸਕੁਅਰਸ ਉਨੇ ਨਹੀਂ ਹੈਗੇ, ਇਟ ਮੀਨਸ ਤੁਹਾਡਾ ਜਿਹੜਾ ਕੁਐਸਚਨ ਹੈ ਦੈਟ ਇਜ਼ ਆ ਡੀਜਨਰੇਟ ਹੈ। ਇਟ ਮੀਨਸ ਉਸ ਨੂੰ ਫਰਦਰ ਸੋਲਵ ਕਰਨ ਵਾਸਤੇ ਆਪਾਂ ਨੂੰ ਪਹਿਲਾਂ ਉਹ ਡੀਜਨਰੇਸੀ ਰਿਮੂਵ ਕਰਨੀ ਪਏਗੀ। ਸੋ ਡੀਜਨਰੇਸੀ ਦੀਆਂ ਜਿਹੜੀਆਂ ਇਹ ਸਿਚੁਏਸ਼ਨਸ ਨੇ ਇਨ ਦਿਸ ਮਤਲਬ ਇਹਦੇ ਵਿੱਚ ਦੋ ਟਾਈਪ ਦੀਆਂ ਸਿਚੁਏਸ਼ਨਸ ਹੋ ਸਕਦੀਆਂ। ਸੱਚ ਸਿਚੁਏਸ਼ਨਸ ਅਕਰਸ ਇਨ ਦਾ ਫੋਲੋਇੰਗ ਟੂ ਕੇਸਿਸ। ਦੋ ਕੇਸਿਸ ਦੇ ਵਿੱਚ ਇਹ ਸਿਚੁਏਸ਼ਨ ਹੁੰਦੀ ਆ। ਸਟੇਜ 1 ਡੀਜਨਰੇਸੀ ਅਕਰ ਐਟ ਦਾ ਇਨੀਸ਼ੀਅਲ ਸੋਲਿਊਸ਼ਨ। ਸਟੇਜ 2 ਡੀਜਨਰੇਸੀ ਅਕਰਸ ਡਿਊਰਿੰਗ ਦਾ ਟੈਸਟ ਆਫ ਆਪਟੀਮਿਲਿਟੀ। ਮੀਨਸ ਜਾਂ ਤਾਂ ਸਟੇਜ 1 ਜਦੋਂ ਆਪਾਂ ਪਹਿਲਾਂ ਇਨੀਸ਼ੀਅਲ ਸੋਲਿਊਸ਼ਨ ਫਾਈਂਡ ਕਰਦੇ ਹਾਂ, ਸੇਮ ਟਾਈਮ 'ਤੇ ਹੀ ਤੁਹਾਡੀ ਜਿਹੜੀ ਰਿਮ ਰਿਕੁਆਇਰਮੈਂਟ ਆ ਉਹ ਫੁੱਲਫਿਲ ਨਹੀਂ ਹੋਏਗੀ, ਮੀਨਸ ਕੁਐਸਚਨ ਤੁਹਾਡਾ ਡੀਜਨਰੇਟ ਹੋ ਜਾਏਗਾ। ਐਂਡ ਸੈਕਿੰਡ ਸਟੇਜ ਕੀ ਹੈ ਕਿ ਜਦੋਂ ਤੁਸੀਂ ਸਟੈਪਿੰਗ ਸਟੋਨ ਮੈਥਡ ਜਾਂ ਮੋਦੀ ਮੈਥਡ ਇੰਪਲੀਮੈਂਟ ਕਰਦੇ ਹੋ, ਟੈਸਟ ਆਫ ਆਪਟੀਮਿਲਿਟੀ ਲਗਾਉਂਦੇ ਹੋ, ਉਸ ਟਾਈਮ 'ਤੇ ਤੁਹਾਡਾ ਕੁਐਸਚਨ ਜਿਹੜਾ ਹੈ ਪ੍ਰੋਬਲਮ ਜਿਹੜੀ ਹੈ ਉਹ ਡੀਜਨਰੇਟ ਹੋ ਸਕਦੀ ਹੈ। ਤਾਂ ਫਸਟ ਆਫ ਆਲ ਆਪਾਂ ਦੇਖਦੇ ਹਾਂ ਸਟੇਜ 1 ਦੇ ਵਿੱਚ ਆਪਾਂ ਕੀ ਡਿਸਕਸ ਕਰਨਾ ਹੈ। ਸਟੇਜ 1 ਦੇ ਨੂੰ ਐਕਸਪਲੇਨ ਕਰਨ ਵਾਸਤੇ ਮੈਂ ਇੱਕ ਪ੍ਰੈਕਟੀਕਲ ਐਗਜ਼ਾਮਪਲ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ। ਪ੍ਰੈਕਟੀਕਲ ਐਗਜ਼ਾਮਪਲ ਦੇ ਵਿੱਚ ਕੀ ਹੈ, ਇੱਕ ਕੁਐਸਚਨ ਹੈ ਜੀ, ਪ੍ਰੋਬਲਮ ਹੈ ਆਪਣੇ ਕੋਲ। ਅ ਮੈਨੂਫੈਕਚਰਰ ਵਾਂਟਸ ਟੂ ਸ਼ਿਪ 8 ਲੋਡਸ ਆਫ ਹਿਜ਼ ਪ੍ਰੋਡਕਟ ਐਜ਼ ਸ਼ੋਨ ਬਿਲੋ। The matrix given the kilometers from origin to the destination, means origin to destination तक total किन्ने किलोमीटर्स means ਉਹਨੂੰ travel करना ਪੈਂਦਾ ਹੈ, ਉਹ ਆਪਣੇ ਕੋਲ given ਹੈ। मैट्रिक्स ਦੇ ਵਿੱਚ ਤੁਹਾਡੇ ਕੋਲ A, B and C ਤਿੰਨ ਡੈਸਟੀਨੇਸ਼ਨਸ ਨੇ ਐਂਡ origin X, Y, Z ਤੁਹਾਡੇ ਕੋਲ ਤਿੰਨ origin ਨੇ। ਐਂਡ ਉਹਨਾਂ ਦਾ ਜਿਹੜਾ ਡਿਸਟੈਂਸ ਹੈ ਦੈਟ ਇਜ਼ 50, 30, 220, 90, 45, 170, 50, 200 ਐਂਡ 50 ਰੋ ਵਾਈਜ਼ ਵੈਲਿਊਜ਼ ਆਪਾਂ ਨੂੰ ਗਿਵਨ ਨੇ। ਐਂਡ origin ਦੀ ਅਵੇਲੇਬਿਲਿਟੀ ਹੈ 1, 3 ਐਂਡ 4 ਐਂਡ ਡੈਸਟੀਨੇਸ਼ਨ ਦੀ ਰਿਕੁਆਇਰਮੈਂਟ ਹੈ 3, 3 ਐਂਡ 2। ਫਸਟ ਆਫ ਆਲ ਜਦੋਂ ਵੀ ਆਪਾਂ ਕੋਈ ਕੁਐਸਚਨ ਸੋਲਵ ਕਰਨਾ ਹੈ ਪ੍ਰੈਕਟੀਕਲੀ ਤਾਂ ਆਪਾਂ ਇਹ ਚੈੱਕ ਕਰਦੇ ਹਾਂ ਕਿ ਇਹ ਬੈਲੈਂਸਡ ਹੈ ਜਾਂ ਅਨਬੈਲੈਂਸਡ। ਇਸ ਕੁਐਸਚਨ ਨੂੰ ਜੇ ਆਪਾਂ ਧਿਆਨ ਨਾਲ ਦੇਖੀਏ ਤਾਂ ਇਹਦੇ ਵਿੱਚ ਰਿਕੁਆਇਰਮੈਂਟ ਐਂਡ ਅਵੇਲੇਬਿਲਿਟੀ ਦਾ ਟੋਟਲ ਸੇਮ ਹੈ। ਇਟ ਮੀਨਸ ਇਹ ਇੱਕ ਬੈਲੈਂਸਡ ਪ੍ਰੋਬਲਮ ਹੈ। ਚਲੋ ਇੱਕ ਪ੍ਰੋਬਲਮ ਆਪਣੀ ਸੋਲਵ ਹੈ ਕਿ ਇਹ ਬੈਲੈਂਸਡ ਪ੍ਰੋਬਲਮ ਹੈ। ਫਰਦਰ ਆਪਾਂ ਇਹਨੂੰ ਮੂਵ ਕਰਦੇ ਹਾਂ। ਸ਼ਿਪਿੰਗ ਕਾਸਟ ਆਰ ₹10 ਪਰ ਲੋਡ ਪਰ ਕਿਲੋਮੀਟਰ। ਵਟ ਸ਼ਿਪਿੰਗ ਸ਼ਡਿਊਲ ਸ਼ੁੱਡ ਬੀ ਯੂਜ਼ਸ। ਦੈਨ ਹੁਣ ਆਪਾਂ ਇਸ ਕੁਐਸਚਨ ਨੂੰ ਪ੍ਰੈਕਟੀਕਲੀ ਸੋਲਵ ਕਰਾਂਗੇ। ਪਹਿਲਾਂ ਆਪਾਂ ਇਹਨੂੰ ਇਨੀਸ਼ੀਅਲ ਫਿਜ਼ੀਬਲ ਸੋਲਿਊਸ਼ਨ ਫਾਈਂਡ ਕਰਾਂਗੇ, ਦੈਨ ਆਪਾਂ ਇਹਦੇ ਉੱਪਰ ਮੋਡੀਫਾਈਡ ਡਿਸਟ੍ਰੀਬਿਊਸ਼ਨ ਮੈਥਡ ਦੇ ਨਾਲ ਇਹਦੇ ਉੱਤੇ ਸਟੈਪਿੰਗ ਮੀਨਸ ਟੈਸਟ ਆਫ ਆਪਟੀਮਿਲਿਟੀ ਲਗਾਵਾਂਗੇ। ਜਿਹੜਾ ਫਸਟ ਸਟੇਜ ਹੈ ਮੀਨਸ ਇਨੀਸ਼ੀਅਲ ਫਿਜ਼ੀਬਲ ਸੋਲਿਊਸ਼ਨ ਆਪਾਂ ਇਹਦੇ 'ਤੇ ਵੈਮ ਮੈਥਡ ਦੇ ਨਾਲ ਕੈਲਕੂਲੇਟ ਕਰਾਂਗੇ, ਵੋਗਲਸ ਅਪਰੋਕਸੀਮੇਸ਼ਨ ਮੈਥਡ। ਤਾਂ ਨਾਓ ਆਪਾਂ ਦੇਖਦੇ ਹਾਂ ਇਸ ਕੁਐਸਚਨ ਨੂੰ ਕਿਸ ਤਰ੍ਹਾਂ ਸੋਲਵ ਕਰਾਂਗੇ। ਆਪਣੇ ਕੋਲ X, Y, Z ਤਿੰਨ ਆਪਣੇ ਕੋਲ ਡੈਸਟੀਨੇਸ਼ਨ origins ਨੇ ਐਂਡ A, B, C ਤਿੰਨ ਡੈਸਟੀਨੇਸ਼ਨ ਨੇ। ਕੁਐਸਚਨ ਨੂੰ ਆਪਾਂ ਫਰੇਮ ਕੀਤਾ ਹੋਇਆ। ਹੁਣ ਆਪਾਂ ਇਹਦੇ 'ਤੇ ਸਭ ਤੋਂ ਪਹਿਲਾਂ ਵੈਮ ਵੋਗਲਸ ਅਪਰੋਕਸੀਮੇਸ਼ਨ ਮੈਥਡ ਲਗਾਵਾਂਗੇ। ਵੋਗਲਸ ਅਪਰੋਕਸੀਮੇਸ਼ਨ ਮੈਥਡ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ
ਪੈਨਲਟੀਜ਼ ਕੱਢਣੀਆਂ ਪੈਂਦੀਆਂ ਨੇ, ਯੂਨਿਟ ਪੈਨਲਟੀਜ਼ ਹੁੰਦੀਆਂ ਨੇ ਲੀਸਟ ਟੂ ਵੈਲਿਊਜ਼ ਦਾ ਡਿਫਰੈਂਸ। ਠੀਕ ਹੈ ਜੀ। ਫਸਟ ਯੂਨਿਟ ਪੈਨਲਟੀ ਆਪਾਂ ਫਾਈਂਡ ਕਰਾਂਗੇ, रो वाइज फाइंड करते हैं। रो वाइज 30 एंड 50 का डिफरेंस है जी तुहाडे कोल 20 एंड नैक्सट है जी 45 एंड 90 का डिफरेंस है जी 45। हेयर 50 एंड 50 0, लीस्ट टू वैल्यूज़ देखनिया ने आपां। सेम हेयर कॉलम वाइज आपां करांगे 50 90 एंड 50 एंड 50 का डिफरेंस 0, 30 एंड 45 का डिफरेंस 15, 50 170 and 220, 50 and 120 the difference that is 120। ਤਾਂ ਆਪਣੇ ਕੋਲ ਹਾਈਐਸਟ ਪੈਨਲਟੀ ਆ ਗਈ ਜੀ ਇਸ ਕਾਲਮ ਦੇ ਵਿੱਚ। ਤਾਂ ਆਪਾਂ ਇੱਕ ਕਾਲਮ ਚੂਜ਼ ਕਰ ਲਿਆ। ਇਸ ਕਾਲਮ 'ਚ ਆਪਾਂ ਫਾਈਂਡ ਕਰਾਂਗੇ ਲੀਸਟ ਕਾਸਟ that is 50 50 170 and 220 ਚੋਂ ਲੀਸਟ ਕਾਸਟ 50। ਇੱਥੇ ਆਪਾਂ ਐਲੋਕੇਸ਼ਨ ਕਰਾਂਗੇ। ਇੱਥੇ ਆਪਣੀ ਐਲੋਕੇਸ਼ਨ ਹੁੰਦੀ ਹੈ रो ਐਂਡ ਕਾਲਮ ਦੀ ਅਵੇਲੇਬਿਲਟੀ ਐਂਡ ਰਿਕੁਆਇਰਮੈਂਟ ਦੇ ਬੇਸਿਸ ਤੇ, ਵਿਚ ਐਵਰ ਇਜ਼ ਲੀਸਟ that is 2 ਯੂਨਿਟ। ਦੈਨ ਆਪਣੇ ਕੋਲ ਜੋ ਬੈਲੈਂਸ ਬਚ ਗਿਆ ਉਹ ਆਪਾਂ ਨੋਟ ਡਾਊਨ ਕਰ ਲਾਂਗੇ। ਹੁਣ ਆ ਗਿਆ ਜੀ ਤੁਹਾਡੇ ਕੋਲ ਅੱਗੇ ਫਰਦਰ ਕਿ ਆਪਾਂ ਇਹਦੀ ਵੈਲਿਊ ਕੈਲਕੂਲੇਟ ਨਹੀਂ ਕਰਾਂਗੇ ਕਿਉਂਕਿ ਆਪਣੀ ਸਾਰੀ ਰਿਕੁਆਇਰਮੈਂਟ ਫੁੱਲਫਿਲ ਹੋ ਚੁੱਕੀ ਹੈ ਸੀ ਡੈਸਟੀਨੇਸ਼ਨ ਦੀ। ਹੁਣ ਆਪਾਂ ਦੁਬਾਰਾ ਫੇਰ ਇੱਕ ਵਾਰ ਯੂਨਿਟ ਪੈਨਲਟੀਜ਼ ਫਾਈਂਡ ਕਰਾਂਗੇ ਸੈਕਿੰਡ ਟਾਈਮ। ਤਾਂ ਇਸ ਕਾਲਮ ਨੂੰ ਆਪਾਂ ਹੁਣ ਇੱਥੇ ਯੂਜ਼ ਨਹੀਂ ਕਰਾਂਗੇ। ਇਸ ਕਾਲਮ ਨੂੰ ਆਪਾਂ ਯੂਜ਼ ਨਹੀਂ ਕਰਾਂਗੇ ਤਾਂ ਫਸਟ ਟੂ ਕਾਲਮਸ ਦਾ ਡਿਫਰੈਂਸ that is 20, second 45, third 50 and 200 ਦਾ ਡਿਫਰੈਂਟ that is 150। ਸੇਮ ਇੱਧਰ ਵੈਲਿਊਜ਼ ਸੇਮ ਆਣਗੀਆਂ ਕਿਉਂਕਿ 50 50 0, 30 45 15 ਐਂਡ ਡੈਸ਼, ਰਾਈਟ ਜੀ। ਤਾਂ ਇਹਦੇ ਵਿੱਚ ਹਾਈਐਸਟ ਪੈਨਲਟੀ 150, ਇਹਦੇ ਵਿੱਚ ਲੀਸਟ ਕਾਸਟ 50, ਇਹਨੂੰ ਆਪਾਂ ਕੰਸੀਡਰ ਨਹੀਂ ਕਰ ਸਕਦੇ, ਇੱਥੇ ਆਲਰੇਡੀ ਐਲੋਕੇਸ਼ਨ ਹੋ ਚੁੱਕੀ ਹੈ। ਲੀਸਟ ਕਾਸਟ ਇਜ਼ 50 ਐਂਡ 50 ਦੇ ਵਿੱਚ ਕਿੰਨੀ ਐਲੋਕੇਸ਼ਨ ਹੋ ਸਕਦੀ ਹੈ 2 ਯੂਨਿਟਸ ਕਿਉਂਕਿ ਇੱਧਰ 3 ਸੀ ਇੱਧਰ 2 ਹੈ, ਅਵੇਲੇਬਿਲਟੀ 2, ਰਿਕੁਆਇਰਮੈਂਟ 3, ਤਾਂ ਐਲੋਕੇਸ਼ਨ ਹੋ ਜਾਏਗੀ 2 ਯੂਨਿਟ, ਰਿਮੇਨਿੰਗ ਬਚ ਜਾਏਗਾ 1 ਯੂਨਿਟ। ਐਂਡ ਦੈਨ ਆਪਾਂ ਹੁਣ ਕੈਲਕੂਲੇਟ ਕਰਾਂਗੇ ਜੀ ਇੱਥੇ ਆਪਣੀ ਸਾਰੀ ਰਿਕੁਆਇਰਮੈਂਟ ਪੂਰੀ ਹੋ ਚੁੱਕੀ ਹੈ ਤਾਂ ਇੱਥੇ ਆਪਾਂ ਹੁਣ ਥਰਡ ਪੈਨਲਟੀ ਜਦੋਂ ਫਾਈਂਡ ਕਰਾਂਗੇ ਉਦੋਂ Z ਓਰੀਜਨ ਨੂੰ ਵੀ ਕੰਸੀਡਰ ਨਹੀਂ ਕਰਾਂਗੇ। ਐਂਡ ਆਪਣੀਆਂ ਵੈਲਿਊਜ਼ ਫਾਈਂਡ ਹੋਣਗੀਆਂ 50 ਐਂਡ 30 ਦਾ ਡਿਫਰੈਂਸ that is 20, 90 ਐਂਡ 45 ਦਾ ਡਿਫਰੈਂਸ that is 45। ਇਹ ਆਪਾਂ ਕੈਲਕੂਲੇਟ ਨਹੀਂ ਕਰਨਾ। हेयर ਆਪਾਂ Z रो ਨੂੰ ਕੰਸੀਡਰ ਨਹੀਂ ਕਰਨਾ। 50 ਐਂਡ 90 ਦਾ ਡਿਫਰੈਂਸ ਥਰਡ ਪੈਨਲਟੀ ਦੇ ਵਿੱਚ 50 ਐਂਡ 90 ਦਾ ਡਿਫਰੈਂਸ ਸੌਰੀ ਹਾਂ 50 ਐਂਡ 90 ਦਾ ਡਿਫਰੈਂਸ 40 ਐਂਡ 30 ਐਂਡ 45 ਦਾ ਡਿਫਰੈਂਸ that is 15। ਇਹ ਆਪਾਂ ਕੈਲਕੂਲੇਟ ਨਹੀਂ ਕਰਨਾ। ਇਸ ਕੇਸ ਦੇ ਵਿੱਚ ਆਪਣੇ ਕੋਲ ਹਾਈਐਸਟ ਪੈਨਲਟੀ ਆਈ ਹੈ ਜੀ 45 ਯੂਨਿਟ। ਤਾਂ ਲੀਸਟ ਕਾਸਟ ਹੈ ਆਪਣੇ ਕੋਲ 45 ਇਸ ਰੋ ਦੇ ਵਿੱਚ, ਬਟ ਆਪਾਂ ਇਹਨੂੰ ਕੰਸੀਡਰ ਨਹੀਂ ਕਰਨਾ। 45 ਐਂਡ 90 ਦੇ ਕੇਸ ਦੇ ਵਿੱਚ ਆਪਾਂ ਦੇਖਾਂਗੇ that is 45। 45 ਜਦੋਂ ਆਪਾਂ ਕੈਲਕੂਲੇਟ ਕਰਦੇ ਹਾਂ ਮਤਲਬ ਇਹ ਸੈੱਲ ਸਿਲੈਕਟ ਕਰਦੇ ਹਾਂ, ਇਹਦੀ ਰਿਕੁਆਇਰਮੈਂਟ ਹੈ ਜੀ 3 ਐਂਡ ਅਵੇਲੇਬਿਲਟੀ ਵੀ 3, ਦੋਨੋਂ ਕੇਸਿਸ ਦੇ ਵਿੱਚ ਇਕੁਅਲ ਵੈਲਿਊ ਹੈ ਤਾਂ ਇਹ ਆਪਾਂ ਇੱਥੇ ਇਹਨੂੰ ਕੰਸੀਡਰ ਕੀਤਾ ਹੈ ਤਾਂ ਉਹਦੇ ਨਾਲ ਤੁਸੀਂ ਡਿਡਕਸ਼ਨ ਹੋ ਗਈ ਹੈ ਤੁਹਾਡੀ। ਤਾਂ ਹੁਣ ਤੁਹਾਡੀ ਇਹਦੀ ਰਿਕੁਆਇਰਮੈਂਟ ਵੀ ਖਤਮ ਹੋ ਗਈ ਹੈ ਜੀ, ਇਹਦੀ ਅਵੇਲੇਬਿਲਟੀ ਵੀ ਖਤਮ ਹੋ ਗਈ ਹੈ। ਇਟ ਮੀਨਸ ਤੁਹਾਡੇ ਕੋਲ ਸਿਰਫ ਇੱਕ ਰੋ ਬਚੀ ਹੈ ਤੇ ਫਰਦਰ ਆਪਾਂ ਨੂੰ ਯੂਨਿਟ ਪੈਨਲਟੀ ਫਾਈਂਡ ਕਰਨ ਦੀ ਜ਼ਰੂਰਤ ਨਹੀਂ ਹੈਗੀ। ਤਾਂ ਇਸ ਕੇਸ ਦੇ ਵਿੱਚ ਤੁਸੀਂ ਹੁਣ ਕੀ ਕਰੋਗੇ, ਜਿਹੜੀ ਅਵੇਲੇਬਿਲਟੀ ਤੁਹਾਡੇ ਕੋਲ ਜਿੰਨੀ ਵੀ ਇੱਥੇ ਬਚੀ ਹੈ ਰਿਕੁਆਇਰਮੈਂਟ, ਉਹਨੂੰ ਆਪਾਂ ਇੱਥੇ ਜਿੱਥੇ ਵੀ ਐਲੋਕੇਟ ਕਰ ਸਕਦੇ ਹਾਂ ਉਹ ਆਪਾਂ ਕਰਾਂਗੇ। ਇੱਥੇ ਆਪਾਂ ਐਲੋਕੇਟ ਕਰਨਾ ਨਹੀਂ ਹੈ, ਇੱਥੇ ਕਰਨਾ ਨਹੀਂ ਹੈ, ਸਿਰਫ ਇੱਕੋ ਹੀ ਸੈੱਲ ਤੁਹਾਡੇ ਕੋਲ ਬਚਿਆ ਹੈ that is 1। ਇੱਥੇ ਆਪਾਂ ਐਲੋਕੇਟ ਕਰਾਂਗੇ 1 ਯੂਨਿਟ। ਇਹਦੇ ਨਾਲ ਤੁਹਾਡੀ ਜਿੰਨੀ ਰਿਕੁਆਇਰਮੈਂਟ ਸੀ ਔਰ ਜਿੰਨੀ ਵੀ ਅਵੇਲੇਬਿਲਟੀ ਸੀ ਉਹ ਸਾਰੀ ਖਤਮ ਹੋ ਗਈ ਹੈ। ਠੀਕ ਹੈ ਜੀ। ਤਾਂ ਇਹ ਤੁਹਾਡਾ ਸੀਗਾ ਪਹਿਲਾਂ ਵੋਗਲਸ ਅਪਰੋਕਸੀਮੇਸ਼ਨ ਮੈਥਡ ਦੇ ਨਾਲ ਆਪਾਂ ਇਹਦਾ ਇਨੀਸ਼ੀਅਲ ਸੋਲਿਊਸ਼ਨ ਫਾਈਂਡ ਕੀਤਾ ਹੈ। ਹੁਣ ਆਪਾਂ ਚੈੱਕ ਕਰਾਂਗੇ ਕਿ ਆਪਣੀ ਰਿਮ ਰਿਕੁਆਇਰਮੈਂਟ ਪੂਰੀ ਹੋ ਰਹੀ ਹੈ ਜਾਂ ਨਹੀਂ।
अपनियां रोज ने 1 2 एंड 3 प्लस कॉलम है 1 2 एंड 3 माइनस 1 मीनस 5। इट मीनस इस क्वेश्चन दे विच अपने कोल किन्ने स्टोन स्क्वायर होने चाहिए सी 5 बट हैगे किन्ने हैं 1 2 3 एंड 4। इट मीनस इस क्वेश्चन दे विच अपने कोल एक स्टोन स्क्वायर घट है अकॉर्डिंग टू द रिम रिक्वायरमेंट, क्योंकि फर्दर ऑप्टिमिलिटी टेस्ट लगाने दे लई आपां नूं पहलां रिम रिक्वायरमेंट पूरी करनी पएगी। मीनस इस सिचुएशन नूं आपां कहने आ डीजनरेसी। मीनस इस क्वेश्चन का इस प्रॉब्लम का सोल्यूशन डीजनरेट है। इसनूं फर्दर सॉल्व करन दे लई पहलां ये डीजनरेसी की प्रॉब्लम नूं सॉल्व करना पएगा। मीनस इहदे विच स्टोन स्क्वायर्स 5 बनाने पैणगे। ये स्टोन स्क्वायर्स 5 किवें बनणगे इहदे लई आपां देखते हैं कि इनू 4 नू 5 च किद्दां कन्वर्ट करना है। स्टेज 1 जिहड़ी सीगी उहदे विच सीगा डीजनरेसी अकर एट द इनिशियल सोल्यूशन। We introduce Greek letter epsilon in a water square with the lowest transportation cost, and by this process the number of stone square become equal to the rim requirements and we can proceed to solve the solution in the ordinary way। मीनस इत्थे हुण आपां नूं की करना पएगा अपनी डीजनरेसी नूं खत्म करन दे लई एक स्टोन सैल होर क्रिएट करना पऊगा विद द हेल्प ऑफ एप्सिलॉन। एप्सिलॉन की है एक ग्रीक लैटर है जिन्हों आपां इंट्रोड्यूस करांगे। कित्थे इंट्रोड्यूस करांगे देखते हैं जी। इस क्वेश्चन दे विच सब तो लीस्ट कॉस्ट आपां फाइंड करांगे, उत्थे आपां एप्सिलॉन ऐड करांगे। सब तो लीस्ट कॉस्ट मीनस वाटर सैल दे विच सब तो लीस्ट कॉस्ट वाटर सैल किहड़े ने एक्स बी एक्स सी वाई ए वाई सी एंड जेड बी, ये अपने कोल वाटर सैल ने। इत्थे आपां स्टोन्स आपां एप्सिलॉन इंट्रोड्यूस करांगे। एप्सिलॉन दा सिंबल हुंदा है ई और इहदे नाल आपां इत्थे एप्सिलॉन इंट्रोड्यूस कीता है जी। हुण फर्दर आपां इस क्वेश्चन नूं मॉडिफाइड डिस्ट्रीब्यूशन मैथड दे नाल सॉल्व करांगे। वो आपां देखदे हां जी इहनूं आपां किस तरह करांगे। A company has 3 factories F1, F2 and F3 which supply warehouses at W1, W2 and W3. Monthly factory capacities are 120 units, 80 units and 80 units respectively. Monthly warehouse requirements are 150 units, 80 units and 50 units respectively. Unit transportation cost in rupees are as follows. ਇੱਥੇ ਆਪਾਂ ਨੂੰ W1, W2 and W3 ਤਿੰਨ ਡੈਸਟੀਨੇਸ਼ਨਸ ਗਿਵਨ ਨੇ ਐਂਡ ਫੈਕਟਰੀ ਗਿਵਨ ਹੈ। ਉਹਨਾਂ ਦੀ ਕਾਸਟ ਆਪਾਂ ਨੂੰ ਮੈਟ੍ਰਿਕਸ ਦੇ ਵਿੱਚ ਗਿਵਨ ਹੈ। ਰੋ ਵਾਈਜ਼ ਵੈਲਿਊਜ਼ ਹੈਗੀਆਂ ਨੇ 8 8 15 15 10 17 3 9 10। रिक्वायरमेंट डेस्टिनेशन दी है 150, 80 एंड 50। अवेलेबिलिटी 120, 80 एंड 80। अदर इंफॉर्मेशन जिहड़ी आपां नूं गिवन है दैट इज डिटरमाइन द ऑप्टिमम डिस्ट्रीब्यूशन फॉर दिस कंपनी टू मिनिमाइज ट्रांसपोर्टेशन कॉस्ट। हियर आपां नूं एक चीज होर गिवन है जी, अप्लाई NWCM and then test its optimality by applying MODI। NWCM northwest corner method। it means ਆਪਾਂ ਜਿਹੜਾ initial solution calculate करना है वो northwest corner method ਦੇ ਨਾਲ solve करना है and final optimality test ਜਿਹੜਾ ਆਪਾਂ ਲਗਾਉਣਾ ਹੈ ਉਹ ਆਪਾਂ MODI method ਦਾ ਲਗਾਉਣਾ ਹੈ। ਤਾਂ ਹੁਣ ਆਪਾਂ ਦੇਖਦੇ ਹਾਂ ਇਹਨੂੰ finally ਕਿਸ ਤਰ੍ਹਾਂ solve ਕਰਾਂਗੇ। ਤਾਂ ਇਹਦੇ ਲਈ ਆਪਾਂ practical ਹੁਣ ਆਪਾਂ solve ਕਰਦੇ ਹਾਂ ਜੀ। Now we solve this question with the northwest corner method first to find the initial solution। factory 1 ਦੀ ਤੁਹਾਡੇ ਕੋਲ ਜਿਹੜੀ ਕੈਪੈਸਿਟੀ ਹੈ that is 120 and warehouse 1 ਦੀ ਜਿਹੜੀ requirement ਹੈ that is 150। ਆਪਾਂ ਇੱਥੋਂ start ਕਰਨਾ ਹੈ ਤਾਂ 120 and 150 ਚੋਂ ਜਿਹੜੀ ਲੀਸਟ ਵੈਲਿਊ ਹੈ ਉਹ ਆਪਾਂ ਇੱਥੇ ਐਲੋਕੇਟ ਕਰਾਂਗੇ ਜੀ।
ਅਕੋਰਡਿੰਗ ਟੂ ਨੌਰਥ ਵੈਸਟ ਕਾਰਨਰ ਮੈਥਡ। ਤੇ ਇੱਥੇ ਤੁਹਾਡੇ ਕੋਲ ਜਿਹੜੀ ਵੈਲਿਊ ਬਚੇਗੀ ਦੈਟ ਇਜ਼ 30, ਇਹ ਤੁਹਾਡੇ ਕੋਲ ਐਗਜ਼ੌਸਟ ਹੋ ਗਈ। ਇਹਦੇ ਨਾਲ ਤੁਸੀਂ ਮੂਵ ਕਰੋਗੇ ਫੈਕਟਰੀ 2 ਤੇ, ਕਿਉਂਕਿ ਫੈਕਟਰੀ 1 ਦੀ ਜਿਹੜੀ ਕਪੈਸਿਟੀ ਸੀ ਉਹ ਐਗਜ਼ੌਸਟ ਹੋ ਚੁੱਕੀ ਹੈ। ਤਾਂ ਆਪਾਂ ਫੈਕਟਰੀ 2 ਤੇ ਮੂਵ ਕਰਾਂਗੇ। ਫੈਕਟਰੀ 2 ਦੇ ਵਿੱਚ ਹੁਣ ਆਪਾਂ ਦੇਖ ਰਹੇ ਹਾਂ ਇੱਥੇ ਹੈ ਜੀ 30, ਇੱਥੇ ਹੈ 80, ਦੈਨ ਇੱਥੇ ਟਰਾਂਸਫਰ ਹੋਏਗਾ 30, ਤਾਂ ਇਹ 30 ਖਤਮ ਹੋ ਗਿਆ। ਤਾਂ ਇਹਦੇ ਨਾਲ ਤੁਹਾਡੇ ਕੋਲ ਬਚਿਆ ਹੈ ਜੀ ਇੱਥੇ 50। ਦੈਨ ਆਪਾਂ ਮੂਵ ਹੋਵਾਂਗੇ ਵੇਅਰ ਹਾਊਸ 2 ਤੇ। ਵੇਅਰ ਹਾਊਸ 2 ਦੇ ਵਿੱਚ ਇੱਧਰ ਹੈ ਆਪਣੀ ਰਿਕੁਆਇਰਮੈਂਟ ਹੈ 80 ਐਂਡ ਇੱਧਰ ਆਪਣੇ ਕੋਲ ਅਵੇਲੇਬਿਲਟੀ ਹੈ 50, ਤਾਂ ਵਿਚ ਐਵਰੇਜ ਲੈਸ 50, ਇਹ ਆਪਾਂ ਐਲੋਕੇਟ ਕਰ ਦਾਂਗੇ। ਬਾਕੀ ਬਚਿਆ ਇੱਥੇ ਤੁਹਾਡੇ ਕੋਲ 30। ਨਾਓ ਆਪਾਂ ਟਰਾਂਸਫਰ ਕੀਤੇ ਫੈਕਟਰੀ 3 ਤੇ। ਫੈਕਟਰੀ 3 ਦੇ ਵਿੱਚ ਇੱਥੇ ਹੈ ਜੀ 30, ਇੱਥੇ ਹੈ 80, ਐਲੋਕੇਟ ਕਰ ਦਿੱਤਾ 30 ਐਂਡ ਤੁਹਾਡੇ ਕੋਲ ਬਚ ਗਿਆ 50, ਇੱਥੇ 50 ਐਂਡ 50 ਐਲੋਕੇਟ ਕਰ ਦਿੱਤਾ 50। ਸਭ ਤੋਂ ਪਹਿਲਾਂ ਆਪਾਂ ਐਲੋਕੇਸ਼ਨ ਕਰਨ ਤੋਂ ਬਾਅਦ ਚੋਂ ਚੈੱਕ ਕਰਾਂਗੇ ਰਿਮ ਰਿਕੁਆਇਰਮੈਂਟ, ਕੀ ਕੁਐਸਚਨ ਦੇ ਵਿੱਚ ਰਿਮ ਰਿਕੁਆਇਰਮੈਂਟ ਪੂਰੀ ਹੋ ਰਹੀ ਹੈ। 1 2 3 4 5 6 means 3 plus 3 rows 3 column minus 1 that is 5 and 1 2 3 4 and 5। इट मीनस ये क्वेश्चन ਡੀਜਨਰੇਟ नहीं है टिल द टाइम ये क्वेश्चन ਡੀਜਨਰੇट नहीं है, ਇਹਦਾ ਰਿਜ਼ਲਟ ਜਨਰੇਟ ਹੋਏਗਾ ਸੋ ਦੈਟ ਆਪਾਂ ਫਰਦਰ ਫਸਟ ਸਟੇਜ ਦੇ ਉੱਤੇ ਤੁਸੀਂ ਇਨੀਸ਼ੀਅਲ ਸੋਲੂਸ਼ਨ ਫਾਈਂਡ ਕਰ ਲਿਆ ਤਾਂ ਮਲਟੀਪਲਾਈ ਕਰਕੇ ਦੀ ਕਾਸਟ ਵੀ ਫਾਈਂਡ ਤੁਸੀਂ ਕਰ ਸਕਦੇ ਹੋ ਐਂਡ ਇੱਥੇ ਰਾਈਟ ਕਰ ਦਿਓ। ਆਫਟਰ ਦੈਟ ਇੱਕ ਨਵਾਂ ਟੇਬਲ ਬਣਾਓ ਜਿਹਦੇ ਵਿੱਚ ਇਹ ਸਾਰੀਆਂ ਵੈਲਿਊਜ਼ ਹੋਣਗੀਆਂ। ਮੈਂ ਇਸੇ ਟੇਬਲ ਦੇ ਵਿੱਚ ਫਰਦਰ ਤੁਹਾਨੂੰ ਮੋਦੀ ਮੈਥਡ ਅਪਲਾਈ ਕਰਕੇ ਦਿਖਾਵਾਂਗਾ, ਬਟ ਜਦੋਂ ਤੁਸੀਂ ਇਹ ਕੁਐਸਚਨ ਨੂੰ ਸੋਲਵ ਕਰਨਾ ਹੈ ਕਾਪੀ ਤੇ ਜਾਂ ਐਗਜ਼ਾਮ ਦੇ ਵਿੱਚ ਵੀ ਸੋਲਵ ਕਰਨਾ ਹੈ ਤਾਂ ਮੋਦੀ ਮੈਥਡ ਨੈਕਸਟ ਟੇਬਲ ਦੇ ਵਿੱਚ ਤੁਸੀਂ ਅਪਲਾਈ ਕਰੋਗੇ। ਇਹ ਇਨੀਸ਼ੀਅਲ ਸੋਲੂਸ਼ਨ ਦੇ ਵਿੱਚ ਇੱਥੇ ਤੁਸੀਂ ਸੋਲੂਸ਼ਨ ਫਾਈਂਡ ਕਰਕੇ ਸ਼ੋ ਕਰੋਗੇ 120 into 8 plus 30 into 15, 50 into 10, 30 into 9, 50 into 10। ਤਾਂ ਇੱਥੇ ਆਨਸਰ ਤੁਸੀਂ ਲਿਖੋਗੇ ਇਨੀਸ਼ੀਅਲ ਸੋਲੂਸ਼ਨ। ਦੈਨ ਤੁਸੀਂ ਫਾਰਵਰਡ ਕਰੋਗੇ, ਮੂਵ ਫਾਰਵਰਡ ਹੋਵੋਗੇ ਜਿਹਦੇ ਵਿੱਚ ਤੁਸੀਂ ਇੱਕ ਨਵਾਂ ਟੇਬਲ ਬਣਾਓਗੇ ਔਰ ਉਹਦੇ ਵਿੱਚ ਤੁਸੀਂ ਇਹ ਵੈਲਿਊਜ਼ ਐਜ਼ ਇਟ ਇਜ਼ ਲਿਖ ਕੇ ਉਸ ਤੋਂ ਬਾਅਦ ਉਹਦੇ 'ਤੇ ਮੋਦੀ ਮੈਥਡ ਅਪਲਾਈ ਕਰੋਗੇ ਟੈਸਟਿੰਗ ਵਾਸਤੇ, ਟੈਸਟ ਆਫ ਆਪਟੀਮਿਲਿਟੀ ਚੈੱਕ ਕਰਨ ਲਈ। ਤਾਂ ਉਹਦੇ ਲਈ ਆਪਾਂ ਫਿਰ ਇੱਥੇ ਰੋਜ਼ ਐਂਡ ਕਾਲਮਸ ਨੂੰ ਵੈਲਿਊਜ਼ ਅਸਾਈਨ ਕਰ ਦਿੰਦੇ ਆ R1 R2 R3 K1 K2 and K3। R1 ਨੂੰ ਮੈਂ ਅਸਿਊਮ ਕਰ ਲਿਆ ਜੀ ਹਮੇਸ਼ਾ ਦੀ ਤਰ੍ਹਾਂ 0, cost minus R ਦੀ ਵੈਲਿਊ equals to K ਦੀ ਵੈਲਿਊ। ਆਪਾਂ ਆਲਰੇਡੀ ਇਹ ਸਿੱਖ ਚੁੱਕੇ ਹਾਂ ਪਹਿਲਾਂ। ਸਟੋਨ ਸਕੁਆਇਰ ਦੇ ਕਾਸਟ ਮਾਈਨਸ ਉਹਦੇ ਅਗੇਂਸਟ ਜਿਹੜੀ ਵੀ ਆਰ ਦੀ ਵੈਲਿਊ ਹੈ ਉਹ ਮਾਈਨਸ ਕਰਾਂਗੇ, ਉਹਦੇ ਨਾਲ ਕੋਰਸਪੋਂਡੈਂਸ ਤੁਹਾਡੇ ਕੋਲ ਕੇ ਦੀ ਵੈਲਿਊ ਫਾਈਂਡ ਹੋਗੀ। ਹੁਣ ਆਪਾਂ ਇਹਦੀ ਹੈਲਪ ਦੇ ਨਾਲ 15 ਮਾਈਨਸ 8 ਤਾਂ ਤੁਹਾਡੇ ਕੋਲ ਵੈਲਿਊ ਆ ਜਾਏਗੀ R2 ਦੀ 7। ਠੀਕ ਹੈ ਜੀ। ਹੁਣ ਇਹਦੀ ਹੈਲਪ ਦੇ ਨਾਲ 10 ਮਾਈਨਸ 7 K2 ਦੀ ਵੈਲਿਊ ਆ ਜੂਗੀ 3। ਹੁਣ ਇਹਦੀ ਹੈਲਪ ਦੇ ਨਾਲ 9 ਮਾਈਨਸ 3 R3 ਦੀ ਵੈਲਿਊ ਆ ਜਾਏਗੀ ਜੀ 6। 10 ਮਾਈਨਸ 6 K3 ਦੀ ਵੈਲਿਊ ਆ ਜਾਏਗੀ 4। ਓਕੇ ਜੀ। ਮੈਂ ਇੱਕ ਵਾਰ ਫਿਰ ਐਕਸਪਲੇਨ ਕਰ ਦਿੰਦਾ। R1 ਮੈਂ ਅਸਿਊਮ ਕੀਤਾ 0, ਰੋ 1 ਦੇ ਵਿੱਚ ਇੱਕ ਸਟੋਨ ਸਕੁਆਇਰ ਹੈ ਤਾਂ ਉਹਦੇ ਅਗੇਂਸਟ ਆਪਾਂ ਇੱਕ ਕਾਲਮ ਦੀ ਵੈਲਿਊ ਫਾਈਂਡ ਕਰਾਂਗੇ 8 ਮਾਈਨਸ 0 8। ਹੁਣ ਆਪਾਂ ਕਾਲਮ ਦੇ ਵਿੱਚ ਚੈੱਕ ਕੀਤਾ 2 ਸਟੋਨ ਸਕੁਆਇਰ ਨੇ, ਇੱਕ ਦੀ ਵੈਲਿਊ ਆਲਰੇਡੀ ਫਾਈਂਡ ਕੀਤੀ ਹੋਈ ਆ ਆਪਾਂ ਪਹਿਲਾਂ ਜਿਹਨੂੰ ਅਸਿਊਮ ਕੀਤਾ 0। ਸੈਕਿੰਡ ਕੈਲਕੂਲੇਟ ਕਰਾਂਗੇ, ਉਹਦੀ ਕਾਸਟ ਹੈ 15 ਮਾਈਨਸ 8 ਵੈਲਿਊ ਆ ਗਈ 7। ਹੁਣ ਇਸ ਰੋ 'ਚ ਫਾਈਂਡ ਕਰਾਂਗੇ ਤੁਹਾਡੇ ਕੋਲੇ 2 ਸਟੋਨ ਸਕੁਆਇਰ ਨੇ, ਸੈਕਿੰਡ ਦੀ ਆਪਾਂ ਵੈਲਿਊ ਫਾਈਂਡ ਕਰਾਂਗੇ 10 ਮਾਈਨਸ 7 ਦੈਟ ਇਜ਼ 3। ਹੁਣ ਇਹਦੇ ਵਿੱਚ ਆਪਣੇ ਕੋਲ 2 ਨੇ 9 ਮਾਈਨਸ 3 ਦੈਟ ਇਜ਼ 6। ਹੁਣ ਇਹਦੇ ਵਿੱਚ ਫਿਰ 2 ਨੇ 10 ਮਾਈਨਸ 6 ਉਹਦੀ ਵੈਲਿਊ 4। ਹਮੇਸ਼ਾ R ਔਰ K ਦੀ ਵੈਲਿਊ ਸਿਰਫ ਸਟੋਨ ਸਕੁਆਇਰ ਦੇ ਨਾਲ ਹੀ ਫਾਈਂਡ ਹੁੰਦੀ ਹੈ। ਤਾਂ ਹੁਣ ਤੁਹਾਡੇ ਕੋਲ ਵਾਟਰ ਸੈਲਸ ਦੀ ਓਪਰਚੁਨਿਟੀ ਕਾਸਟ ਫਾਈਂਡ ਕਰਨੀ ਹੈ। ਉਹ ਕਿਵੇਂ ਹੋਊਗੀ? ਕਾਸਟ ਮਾਈਨਸ R ਐਂਡ K, ਮਤਲਬ R ਦੀ ਵੈਲਿਊ ਉਹਦੇ ਅਗੇਂਸਟ ਜਿਹੜੀ ਕੋਰਸਪੋਂਡੈਂਸ ਹੈਗੀ ਆ ਔਰ K ਦੀ ਵੈਲਿਊ ਜਿਹੜੀ ਉਹਦੇ ਕੋਰਸਪੋਂਡੈਂਸ ਹੈਗੀ ਆ ਉਹ ਆਪਾਂ ਮਾਈਨਸ ਕਰਾਂਗੇ।
आर कॉस्ट है 8 माइनस 3 5 आ गया जी माइनस 0 इट मीनस 5 तुहाडे कोल इत्थे वैल्यू है। ओके जी ये अपॉर्चुनिटी कॉस्ट आ गई इस सैल की। नैक्सट आ गया 15 माइनस 4 11 माइनस 0 11 तो इत्थे आ गया तुहाडे कोले 11। हुण इहदी आपां फाइंड करांगे 17 माइनस 4 13 माइनस 7 8 सॉरी 6 इत्थे तुहाडे कोल वैल्यू आ गई 6 17 माइनस 7 10 माइनस 4 6 ठीक है। चाहे रो पहला माइनस कर लो चाहे कॉलम पहला माइनस कर लो, वो मैटर नहीं करता। नैक्सट आ गया जी तुहाडे कोले ए वाला सैल 3 माइनस 8 माइनस 6 मीनस 3 माइनस 6 वैल्यू आ गई जी माइनस 3 एंड माइनस 8 वैल्यू आ गई जी माइनस 11। मैं यदि वैल्यू इत्थे लिख दिना F3 W1 सैल की आपां अपॉर्चुनिटी कॉस्ट किद्दां फाइंड की है 3 माइनस 6 माइनस 8 दैट इज माइनस 11 ठीक है जी। तो ये वैल्यू मैं इत्थे राइट कर दी। तो हुण की आ गया अपने कोल 5 अपॉर्चुनिटी कॉस्ट आपां फाइंड कीतियां ने सॉरी 4 इन्हां दे विच्चों एक अपॉर्चुनिटी कॉस्ट जिहड़ी है वो है नैगेटिव। इट मीनस ऑप्टिमलिटी टेस्ट दे लई इत्थे आपां चलावांगे लूप और आपां पोजीशनिंग नूं चेंज करांगे। तो वो किवें करांगे इहदा जिहड़ा लूप बनेगा जी वो इस तरह बनेगा राइट। शॉर्टेस्ट लूप आपां बनाया है स्टोन स्क्वायर्स दे उत्तों आपां टर्न कीता है जिथों आपां स्टार्ट कीता सी लूप बनाना वो प्लस दा स्क्वायर होएगा दैन माइनस दैन स्क्वायर प्लस दैन माइनस। जिथों स्टार्ट किया वो प्लस जिथों नैक्सट टर्न किया वो माइनस जिथों फिर नैक्सट टर्न किया वो प्लस दैन माइनस प्लस माइनस हमेशा ये ध्यान च रखियो। हुण आपां इत्थों की फाइंड करना है नैगेटिव वाले 2 सैल फाइंड करने ने 2 या 3 या जिन्ने भी होणगे नैगेटिव वाले नैगेटिव साइन वाले सैल फाइंड करने स्क्वायर फाइंड करने ने उन्हां दे विचों जिहदे विच लीस्ट वैल्यू है वो फाइंड करनी है एलोकेशन। बट इत्थे की है इस क्वेश्चन च नैगेटिव वाले स्क्वायर्स दे विच 30 वैल्यू है दोनों जगह मतलब सेम वैल्यू है 30 जो 30 इत्थों भी माइनस हो जाना 30 इत्थों भी माइनस हो जाना। माइनस वाले स्क्वायर चो आपां माइनस करते हैं प्लस वाले स्क्वायर च आपां प्लस करते हैं। तो आपां हुण इत्थे बनावांगे एक नवा टेबल नवा मैट्रिक्स उहदे विच आपां वैल्यूज ट्रांसफर करांगे। पहला सैल है जी स्क्वायर है तुहाडे कोल 120 तो इत्थे आ गया जी 120 एज इट इज़ क्योंकि उहदे नाल कोई इफेक्ट नहीं हो रहा लूप का। बट ए लूप का पार्ट है 30 एंड 30 दोनों चो जी लीस्ट वैल्यू होंगी वो आप माइनस करनी होंगी है बट इतने सेम है इट मीनस दोनों जगह तो माइनस हो जूगी। ये तुहाडा बन गया जी वाटर स्क्वायर खाली हो गया क्योंकि 30 चो 30 माइनस कर दिता इत्थे आपां 30 प्लस कर लांगे जी। ये वाटर स्क्वायर सीगा इत्थे आपां 30 प्लस कर दिता तो ये हुण स्टोन स्क्वायर बन गया। फिर आपां आ गए जी इत्थे ए प्लस का स्क्वायर है तो इत्थे आपां 30 प्लस करांगे तो इत्थे आ जाएगी जी वैल्यू 80 50 प्लस 30 80। ये माइनस का स्क्वायर है इत्थों भी आपां माइनस कर देंगे ये तुहाडा बन गया वाटर स्क्वायर। ये 50 एज इट इज़ रहेगा क्योंकि ये विच लूप का कोई इफेक्ट नहीं है। ओके जी तो हुण आपां देखांगे कि रिम स्क्वायर पूरा हो रहा या नहीं। इत्थे अपने स्टोन स्क्वायर सीगे 1 2 3 4 5 अपनी रिक्वायरमेंट सीगी 3 प्लस 3 माइनस 1 5 बट रिक्वायरमेंट इत्थे भी सेम है क्योंकि रोज एंड कॉलम्स का टोटल सेम है 6 3 प्लस 3 माइनस 1 आपां नूं स्टोन स्क्वायर चाहिए ने 5 बट इत्थे स्टोन स्क्वायर हैगे ने 4। इट मीनस दिस इज़ द ऑप्शन स्टेज 2 जिथे अपनी वैल्यू रिम रिक्वायरमेंट पूरी नहीं हो रही। तो इस केस दे विच आपां स्टेज 2 दे विच की करते हैं इनू आपां कहने की स्टेज 2 डीजनरेसी अकर्स ड्यूरिंग द टेस्ट ऑफ ऑप्टिमलिटी।
मतलब ऑप्टिमलिटी टेस्ट लगाने दे समय अपनी जिहड़ी रिक्वायरमेंट सीगी रिम दी वो घट गई है, रिक्वायरमेंट तो घट हो गए ने तुहाडे स्टोन्स स्क्वायर, तो उस केस डीजनरेसी एट दिस स्टेज कैन आल्सो बी रिजॉल्वड बाय एलोकेटिंग एप्सिलॉन to one or more of the recently vacated cells. Point is, recently vacated cells or other vacant cells having least cost value and independent position. Okay, ਆਪਾਂ ਕਿੱਥੇ ਐਡ ਕਰ ਸਕਦੇ ਹਾਂ, ਜਿਹੜੇ ਰੀਸੈਂਟਲੀ ਵਕੇਟ ਕੀਤੇ ਨੇ ਉਹਨਾਂ ਸੈਲਸ ਦੇ ਵਿੱਚੋਂ, ਜਾਂ ਜਿੱਥੇ ਤੁਹਾਡੇ ਕੋਲੇ ਲੀਸਟ ਕਾਸਟ ਹੈ ਵੇਕੈਂਟ ਸੈਲਸ ਦੇ ਵਿੱਚੋਂ, ਉੱਥੇ ਆਪਾਂ ਐਪਸੀਲੋਨ ਐਡ ਕਰਾਂਗੇ। ਤਾਂ ਹੁਣ ਆਪਾਂ ਦੇਖਦੇ ਹਾਂ ਜੀ ਇਸ ਕੁਐਸਚਨ 'ਚ ਐਪਸੀਲੋਨ ਕਿੱਥੇ ਐਡ ਕਰਨਾ ਹੈ। ਆਪਾਂ ਇਹ ਦੇਖਾਂਗੇ ਕਿ ਇਸ ਸੈਲਸ ਦੇ ਵਿੱਚੋਂ ਵੇਕੈਂਟ ਸੈਲਸ ਰੀਸੈਂਟਲੀ ਵੇਕੈਂਟ ਹੋਏ ਨੇ ਇਹ 2 ਸੈਲ, ਬਟ 8 ਇਜ਼ ਦਾ ਲੀਸਟ ਕਾਸਟ ਇਨ ਦਾ ਹੋਲ ਪ੍ਰੋਬਲਮ, ਤਾਂ ਆਪਾਂ ਐਪਸੀਲੋਨ ਐਡ ਕਰਾਂਗੇ ਇੱਥੇ, ਤਾਂ ਜੋ ਲੀਸਟ ਕਾਸਟ ਦੇ ਉੱਤੇ ਆਪਾਂ ਉਹਨੂੰ ਐਡ ਕਰਨ ਦਾ ਜਿਹੜਾ ਪੁਆਇੰਟ ਸੀਗਾ ਉਹ ਕੰਸੀਡਰ ਆਪਾਂ ਕੀਤਾ ਹੈ। ਇੱਥੇ ਆਪਾਂ ਐਪਸੀਲੋਨ ਐਡ ਕਰ ਲਿਆ। ਐਪਸੀਲੋਨ ਦੀ ਵੈਸੇ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਐਕਸਪਲੇਨ ਕਰ ਦਿੰਦਾ, ਐਪਸੀਲੋਨ ਦੀ ਕੋਈ ਵੈਲਿਊ ਨਹੀਂ ਹੈ, ਬਟ 0 ਤੋਂ ਉੱਪਰ ਹੈ, ਬਟ ਅਦਰਵਾਈਜ਼ ਕੈਲਕੂਲੇਸ਼ਨ ਦੇ ਵਿੱਚ ਇਹਦਾ ਕੋਈ ਇਫੈਕਟ ਨਹੀਂ ਆਉਂਦਾ। ਜਦੋਂ ਆਪਾਂ ਫਾਈਨਲ ਕੈਲਕੂਲੇਸ਼ਨ ਕਰਾਂਗੇ ਇਹਨੂੰ ਮਲਟੀਪਲਾਈ ਕਰਾਂਗੇ 8 ਦੇ ਨਾਲ, ਇਹਦੀ ਕੋਈ ਵੈਲਿਊ ਨਹੀਂ ਕੰਸੀਡਰ ਹੋਣੀ। ਜਸਟ ਫॉर ਆਪਾਂ ਟੈਸਟਿੰਗ ਪੂਰੀ ਕਰ ਸਕੀਏ, ਦੈਟਸ ਵਾਈ ਆਪਾਂ ਰਿਮ ਰਿਕੁਆਇਰਮੈਂਟ ਨੂੰ ਪੂਰਾ ਕਰਨ ਵਾਸਤੇ ਇਹ ਇੱਕ ਤਰ੍ਹਾਂ ਦਾ ਡੰਮੀ ਸਟੋਨ ਸਕੁਆਇਰ ਬਣਾਇਆ ਹੈ। ਠੀਕ ਹੈ ਜੀ। ਤਾਂ ਹੁਣ ਆਪਾਂ ਅਗੇਨ R1 R2 ਐਂਡ R3 ਦੀਆਂ ਵੈਲਿਊਜ਼ ਫਾਈਂਡ ਕਰਾਂਗੇ, ਐਂਡ ਨਾਲ ਹੀ ਆਪਾਂ ਇਹਨਾਂ ਦੇ K1 K2 ਐਂਡ K3 ਦੀਆਂ ਵੈਲਿਊਜ਼ ਵੀ ਫਾਈਂਡ ਕਰਾਂਗੇ for further calculating opportunity cost। ठीक है जी। R1 0, R1 ਦੇ ਵਿੱਚ 2 ਸਟੋਨ ਸਕੁਆਇਰ ਨੇ, ਯਾਨੀ ਕਿ K1 ਐਂਡ K2 ਦੀ ਵੈਲਿਊ ਫਾਈਂਡ ਕਰਾਂਗੇ ਆਪਾਂ। 8 - 0 8, 8 - 0 8। ਠੀਕ ਹੈ ਜੀ। ਹੁਣ K1 ਦੇ ਵਿੱਚ ਆਪਣੇ ਕੋਲ ਇੱਕ ਸਟੋਨ ਸਕੁਆਇਰ ਇੱਥੇ ਹੈ, ਤਾਂ ਆਪਾਂ R3 ਦੀ ਵੈਲਿਊ ਫਾਈਂਡ ਕਰਾਂਗੇ। 3 - 8 ਕਾਸਟ ਦੇ ਵਿੱਚੋਂ K ਦੀ ਵੈਲਿਊ ਮਾਈਨਸ ਕਰਨੀ ਹੈ, ਤਾਂ 3 - 8 ਮਤਲਬ ਤੁਹਾਡੇ ਕੋਲ ਵੈਲਿਊ ਆ ਗਈ ਜੀ -5। R3 ਦੀ ਵੈਲਿਊ ਆ ਗਈ -5। ਤਾਂ ਹੁਣ ਆਪਾਂ ਇਹਦੇ ਨਾਲ ਵੈਲਿਊ ਫਾਈਂਡ ਕਰਾਂਗੇ K3 ਦੀ, ਕਿਉਂਕਿ R3 ਦੇ ਰੋ ਦੇ ਵਿੱਚ K3 ਵੀ ਆਂਦਾ ਹੈ ਜਿੱਥੇ ਸਟੋਨ ਸਕੁਆਇਰ ਹੈ। 10 - -5, ਤਾਂ ਇਹ ਕੀ ਆ ਗਿਆ ਜੀ 15। ਇਹ ਕਿੱਦਾਂ ਫਾਈਂਡ ਕੀਤਾ ਮੈਂ ਦੱਸ ਦਿੰਦਾ ਤੁਹਾਨੂੰ। ਕਾਸਟ ਹੈ ਤੁਹਾਡੇ ਕੋਲੇ 10, ਮਾਈਨਸ ਆਪਾਂ ਵੈਲਿਊ ਕਰਨੀ ਹੈ, ਕਿਹੜੀ ਵੈਲਿਊ ਮਾਈਨਸ ਕਰਨੀ ਹੈ, ਦਿਸ -5। ਮਾਈਨਸ ਮਾਈਨਸ ਹੋ ਗਿਆ ਪਲੱਸ, ਤਾਂ ਇੱਥੇ ਆ ਗਿਆ ਜੀ ਤੁਹਾਡੇ ਕੋਲੇ 15। ਤਾਂ ਆਪਣੇ ਕੋਲ K ਦੀਆਂ ਵੈਲਿਊ ਸਾਰੀਆਂ ਫਾਈਂਡ ਹੋ ਗਈਆਂ, ਬਟ ਆਪਣੇ ਕੋਲ R2 ਦੀ ਵੈਲਿਊ ਹਜੇ ਫਾਈਂਡ ਕਰਨੀ ਰਹਿੰਦੀ ਹੈ। ਉਹ ਆਪਾਂ K2 ਦੀ ਹੈਲਪ ਦੇ ਨਾਲ ਕਰਾਂਗੇ, ਕਿਉਂਕਿ ਇੱਥੇ ਆਪਣੇ ਕੋਲ ਸਟੋਨ ਸਕੁਆਇਰ ਹੈ 10 - 8, ਇਟ ਮੀਨਸ ਇਹ ਆ ਗਿਆ ਜੀ ਤੁਹਾਡੇ ਕੋਲੇ 2। ਤਾਂ ਆਪਣੇ ਕੋਲ R ਔਰ K's ਦੀਆਂ ਵੈਲਿਊ ਫਾਈਂਡ ਹੋ ਗਈਆਂ। ਤਾਂ ਹੁਣ ਆਪਾਂ ਫਾਈਂਡ ਕਰਾਂਗੇ ਓਪਰਚੁਨਿਟੀ ਕਾਸਟ। ਓਪਰਚੁਨਿਟੀ ਕਾਸਟ ਫਾਈਂਡ ਹੋਏਗੀ ਜੀ ਤੁਹਾਡੀ ਵਾਟਰ ਸਕੁਆਇਰਸ ਦੀ। 15 - 15 - 0 ਮੀਨਸ +15। ਨੈਕਸਟ ਆ ਗਿਆ ਜੀ 15 - 8 ਕਰਕੇ ਆ ਗਿਆ ਜੀ ਤੁਹਾਡੇ ਕੋਲੇ 7 - 2, ਇਹ ਆ ਗਿਆ ਜੀ 5। ਠੀਕ ਹੈ ਜੀ। ਨੈਕਸਟ ਆ ਗਿਆ ਜੀ ਇਸ ਵਾਟਰ ਸਕੁਆਇਰ 17 - 15 ਆ ਗਿਆ ਜੀ ਤੁਹਾਡੇ ਕੋਲ 2 - 2 ਵੈਲਿਊ ਆ ਗਈ 0। 17 - 15 - 2, ਤਾਂ ਵਾਟਰ ਸਕੁਆਇਰ ਦੀ ਓਪਰਚੁਨਿਟੀ ਕਾਸਟ ਆ ਗਈ 0। ਨੈਕਸਟ ਆ ਗਿਆ ਇਹ ਵਾਲਾ ਸੈਲ ਸਕੁਆਇਰ ਆਪਣੇ ਕੋਲ 9 - 8। ਮੈਂ ਇਹਨੂੰ ਲਿਖ ਕੇ ਸ਼ੋ ਕਰ ਦਿੰਦਾ, F3K2 ਦੀ ਓਪਰਚੁਨਿਟੀ ਕਾਸਟ ਕਿੱਦਾਂ ਫਾਈਂਡ ਹੋਏਗੀ। 9 - 8 -5 ਕਲੀਅਰ ਹੈ ਜੀ। 9 - 8 ਆ ਗਿਆ ਤੁਹਾਡੇ ਕੋਲ 1,
1 ਦੇ ਵਿੱਚ ਮਾਈਨਸ ਮਾਈਨਸ ਮਤਲਬ +5 ਤਾਂ ਇਹ ਆ ਗਿਆ ਜੀ 6, ਮਤਲਬ ਤੁਹਾਡੇ ਕੋਲੇ ਇੱਥੇ ਵੈਲਿਊ ਆਏਗੀ 6। ਤਾਂ ਇਹਦੇ ਨਾਲ ਤੁਹਾਡੀਆਂ ਜਿੰਨੀਆਂ ਵੀ ਓਪਰਚੁਨਿਟੀ ਕਾਸਟ ਤੁਸੀਂ ਫਾਈਂਡ ਕੀਤੀਆਂ ਨੇ ਵਾਟਰ ਸਕੁਆਇਰਸ ਦੀਆਂ ਉਹ ਸਾਰੀਆਂ ਆ ਗਈਆਂ ਪੋਜ਼ਿਟਿਵ। ਇਟ ਮੀਨਸ ਜਿਹੜਾ ਤੁਹਾਡਾ ਇੱਥੇ ਸੋਲਿਊਸ਼ਨ ਹੈ ਦੈਟ ਇਜ਼ ਦਾ ਫਾਈਨਲ ਸੋਲਿਊਸ਼ਨ ਕਿ ਇਹ ਤੁਹਾਡੀ ਕਾਸਟ ਲੀਸਟ ਕਾਸਟ ਹੈ। ਇਹ ਆਪਣੀ ਕਾਸਟ ਕਿਵੇਂ ਫਾਈਂਡ ਕਰਾਂਗੇ ਜੀ ਆਪਾਂ 120 into 8 प्लस एप्सिलॉन ਨੂੰ ਆਪਾਂ ਇਗਨੋਰ ਕਰ ਦਾਂਗੇ ਜੀ 80 into 10 प्लस 30 into 3 प्लस 50 into 10। ਤਾਂ ਇਹਨੂੰ ਸੋਲਵ ਕਰਕੇ ਜਿਹੜੀ ਤੁਹਾਡੇ ਕੋਲ ਵੈਲਿਊ ਆਏਗੀ ਜੀ that is 2350। ठीक है जी, वो वैल्यू आएगी तुहाडे कोले 2350। तो ये है जी तुहाडी लीस्ट कॉस्ट बाय यूजिंग मोदी मैथड। आपां टैसट इहदे ते लगाया मोदी मैथड। तो इदां आपां ਡੀਜਨਰੇसी के क्वेश्चनस नूं सॉल्व करांगे जिहदे विच 2 स्टेजिस मैं तुहानूं समझाइयां ने। स्टेज 1 कि इनीशियल सोल्यूशन दे विच ही तुहानूं ਡੀਜਨਰੇसी अराइज हो जाएगी और उत्थे आपां एप्सिलॉन ऐड करांगे एंड या फिर जो तुसी ऑप्टिमलिटी टेस्ट लगाने हो उस टाइम ते ਡੀਜਨਰੇसी आ जाएगी। उस केस दे विच भी तुसी एप्सिलॉन लगाना है और एप्सिलॉन लगा के तुसी उस क्वेश्चन नूं सॉल्व करना है। तो इस क्वेश्चन दे विच इस वीडियो दे विच मैं तुहानूं ट्राई किया है कि तुसी ਡੀਜਨਰੇसी के क्वेश्चनस नूं सॉल्व करके देखो। क्वेश्चनस मैं तुहानूं 2 इहदे विच शेयर कीते ने जिहड़े मैं तुहानूं प्रैक्टिकली सॉल्व भी करके दिखाए ने। मैं चाहूँगा कि सेम क्वेश्चन तुसी दोबारा एक बार ट्राई करो। नैक्सट वीडियो दे विच मैं तुहानूं कुछ एग्जाम्पल्स ਡੀਜਨਰੇसी वालियां होर तुहाडे नाल शेयर करूँगा तो फिर तुसी वो सॉल्व करके देखियो और तुहानूं उहदे नाल टॉपिक क्लीयर हो जाएगा। इत्थे नाल ही मैं तुहानूं एक चीज़ होर दसनी चाहुंदा कि अपने आलमोस्ट सारे टॉपिक कवर हो चुके ने एक्सैप्ट प्रॉफिट मैक्सीमाइजेशन का एक टॉपिक जिहड़ा कि अपना हजे पेंडिंग है। नैक्सट वीडियो दे विच मैं तुहानूं प्रॉफिट मैक्सीमाइजेशन का टॉपिक भी कवर अप करवाऊँगा तो नाल ही तुहानूं कुछ ਡੀਜਨਰੇसी दे या एक्सट्रा प्रैक्टिस क्वेश्चन भी मैं ट्राई करांगा तुहानूं प्रोवाइड करां सो दैट तुसीं उन्हां दी प्रैक्टिस कर सको विद सोल्यूशनस। मैं तुहानूं ओह विद आंसरस तुहानूं मैं प्रोवाइड करांगा तां जो तुसीं उन्हां दे क्वेश्चनस सॉल्व करके चैक कर सको अपना कि तुसीं किन्ना करैक्टली उन्हां नूं सॉल्व कर सकदे हो। थैंक यू, थैंक्स अ लॉट।